ਦੁਨੀਆ ਦੀ ਵਿਲੱਖਣ ਜੰਗ। ਚਮਕੌਰ ਦੀ ਜੰਗ ਨੂੰ ਦੁਨੀਆ ਦੀ ਸਭ ਤੋਂ ਨਿਵੇਕਲੀ, ਅਦਭੁਤ ਅਤੇ ਵਿਲੱਖਣ ਜੰਗ ਕਿਹਾ ਜਾਂਦਾ ਹੈ। ਇਸ ਦਾ ਮੁੱਖ ਕਾਰਨ ਕੀ ਹੈ? ਇਸ ਦੇ ਕਈ ਕਾਰਨ ਸਨ, ਜਿਵੇਂ ਕਿ ਪਹਿਲਾ ਕਾਰਨ, ਭੁੱਖਣ ਭਾਣੇ ਰਾਤਾਂ ਦੇ ਉਣਿੰਦਰੇ ਥੱਕੇ ਟੁੱਟੇ ਪਿਛਲੇ 7 ਮਹੀਨਿਆਂ ਤੋਂ ਘੇਰੇ ਵਿੱਚ ਕਹਿਰ ਦੀ ਸਰਦੀ ਵਿੱਚ ਸਰਸਾ ਨਦੀ ਦੇ ਪਾਣੀ ਵਿੱਚ ਭਿੱਜੇ ਹੋਏ 40 ਸਿੰਘਾਂ ਨੇ 10 ਲੱਖ ਮੁਗਲ ਅਤੇ ਪਹਾੜੀ ਫੌਜ, ਜੋ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਸੀ, ਮੈਦਾਨੇ ਜੰਗ ਵਿੱਚ ਉਹ ਮੁਕਾਬਲਾ ਕੀਤਾ ਜੋ ਸਦੀਆਂ ਤੱਕ ਇਤਿਹਾਸ ਵਿੱਚ ਗਹਿਰੀ ਛਾਪ ਛੱਡ ਗਿਆ। ਉਹਨਾਂ 40 ਸਿੰਘਾਂ ਦੇ ਹੌਸਲੇ, ਦਲੇਰੀ, ਯੁੱਧ ਨੀਤੀ, ਸ਼ਸਤਰ ਵਿੱਦਿਆ ਅਤੇ ਬਹਾਦਰੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਦੂਜਾ ਕਾਰਨ, ਕਈ ਕਮਜ਼ੋਰ ਲਿਖਾਰੀ ਜਾਂ ਇਤਿਹਾਸਕਾਰ ਇਸ ਗੱਲ ਉੱਤੇ ਸ਼ੰਕਾ ਜ਼ਾਹਰ ਕਰਦੇ ਹਨ ਕਿ ਚਮਕੌਰ ਦੇ ਮੈਦਾਨ ਵਿੱਚ ਕੀ ਸੱਚਮੁੱਚ 10 ਲੱਖ ਫੌਜ ਸੀ। ਕਈ ਲਿਖਾਰੀ ਤਾਂ ਫੌਜ ਦੀ ਗਿਣਤੀ ਨੂੰ 80,000 ਜਾਂ 1 ਲੱਖ ਤੱਕ ਦੱਸਦੇ ਹਨ। ਜੇ ਅਸੀਂ ਤਵਾਰੀਖ ਦੇ ਪੰਨਿਆਂ ਵਿੱਚ ਇਤਿਹਾਸ ਦੀ ਘੋਖ ਕਰਕੇ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉੱਥੇ ਫੌਜ ਦੀ ਗਿਣਤੀ ਕਈ ਲੱਖਾਂ ਵਿੱਚ ਸੀ। ਉੱਥੇ ਜੋ ਫੌਜ ਸੀ ਉਸ ਦਾ ਵੇਰਵਾ ਇਸ ਤਰ੍ਹਾਂ ਹੈ। 22 ਧਾਰ ਦੇ ਰਾਜਾਂ ਦੀ ਫੌਜ, ਰਾਜਾ ਕਾਂਗੜ ਦੀ ਫੌਜ, ਰਾਜਾ ਕਸੌਲੀ ਦੀ ਫੌਜ, ਰਾਜਾ ਨੰਦੌਣ ਦੀ ਫੌਜ, ਰਾਜਾ ਨਾਹਨ ਦੀ ਫੌਜ, ਰਾਜਾ ਬੁਢੇਲ ਦੀ ਫੌਜ, ਰਾਜਾ ਬੜੌਲੀ ਦੀ ਫੌਜ, ਰਾਜਾ ਚਮੇਲੀ ਦੀ ਫੌਜ, ਰਾਜਾ ਚੰਬਾ ਦੀ ਫੌਜ, ਰਾਜਾ ਜੰਮੂ ਦੀ ਫੌਜ, ਰਾਜਾ ਸ਼੍ਰੀਨਗਰ ਦੀ ਫੌਜ, ਰਾਜਾ ਕਹਿਲੂਰ ਦੀ ਫੌਜ, ਰਾਜਾ ਨੂਰਪੁਰ ਦੀ ਫੌਜ, ਰਾਜਾ ਜੈਸਵਾਲ ਦੀ ਫੌਜ, ਰਾਜਾ ਗੜਵਾਲ ਦੀ ਫੌਜ, ਰਾਜਾ ਹਡੂਰ ਦੀ ਫੌਜ, ਸੂਬਾ ਸਰਹੰਦ ਦੀ ਫੌਜ, ਸੂਬਾ ਮੁਲਤਾਨ ਦੀ ਫੌਜ, ਸੂਬਾ ਪੇਸ਼ਾਵਰ ਦੀ ਫੌਜ, ਸੂਬਾ ਲਾਹੌਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ। ਇਸ ਤੋਂ ਇਲਾਵਾ ਰੰਗੜ, ਗੁੱਜਰ, ਪਠਾਨ ਵੀ ਸ਼ਾਮਲ ਸਨ। ਤੀਜਾ ਕਾਰਨ, ਦੁਨੀਆ ਦੀ ਤਵਾਰੀਖ ਵਿੱਚ ਕੋਈ ਐਸਾ ਗੁਰੂ, ਪੈਗੰਬਰ, ਪੀਰ ਜਾਂ ਧਾਰਮਿਕ ਆਗੂ ਨਹੀਂ ਮਿਲਦਾ ਜਿਸ ਨੇ ਆਪਣੀ ਕੌਮ ਦੀ ਝੋਲੀ ਵਿੱਚ ਆਪਣੇ ਪੁੱਤਰਾਂ ਦੇ ਸ਼ੀਸ਼ ਪਾਏ ਹੋਣ। ਇੱਕ ਸਾਹਿਬ ਗੁਰੂ ਗੋਬਿੰਦ ਸਿੰਘ ਹੈ ਜਿਸ ਨੇ ਤਵਾਰੀਖ ਨੂੰ ਮਾਣ ਬਖਸ਼ਿਆ, ਜਿਸ ਨੇ ਮਨੁੱਖਤਾ ਦੀ ਰਾਖੀ ਅਤੇ ਜ਼ਾਲਮਾਂ ਨੂੰ ਸੋਧਣ ਲਈ ਆਪਣੇ ਪੁੱਤਰ ਸ਼ਹੀਦ ਕਰਵਾ ਲਏ। ਚੌਥਾ ਕਾਰਨ, ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ ਸਾਡੇ ਸਾਹਮਣੇ ਦੁਨੀਆ ਦੇ ਕਈ ਬਾਪ ਹਨ। ਇੱਕ ਪਾਸੇ ਸਾਹਿਬ ਗੁਰੂ ਗੋਬਿੰਦ ਸਿੰਘ ਹੈ ਜੋ ਆਪਣੇ ਵੱਡੇ ਪੁੱਤਰ ਅਜੀਤ ਸਿੰਘ ਨੂੰ ਆਪਣੇ ਹੱਥੀਂ ਸਜਾ ਕੇ ਮੈਦਾਨੇ ਜੰਗ ਵਿੱਚ ਤੋਰਦਾ ਹੈ। ਚਮਕੌਰ ਗੜੀ ਦੀ ਮਮਟੀ 'ਤੇ ਖੜ੍ਹਾ ਹੋ ਕੇ ਉਸ ਨੂੰ ਘੋੜੇ ਤੋਂ ਡਿੱਗਦਾ ਅਤੇ ਸ਼ਹੀਦ ਹੁੰਦਾ ਵੇਖਦਾ ਹੈ। ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਸੁੱਟਦਾ, ਸਗੋਂ ਜੋਸ਼ ਵਿੱਚ ਜੈਕਾਰਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗਜਾਉਂਦਾ ਹੈ, ਪਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਫਿਰ ਜੁਝਾਰ ਨੂੰ ਸੂਰਮਿਆਂ ਵਾਂਗ ਜਾਮੇ ਸ਼ਹਾਦਤ ਪੀਣ ਲਈ ਤੋਰਦਾ ਹੈ। ਦੂਜੇ ਪਾਸੇ ਦੁਨੀਆ ਦੇ ਉਹ ਬਾਪ ਹਨ ਜਿਨ੍ਹਾਂ ਬਾਰੇ ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ याकूब को यूसुफ के बिछड़ने ने रुलाया, साबिर कोई कम ऐसा रसूलों में है आया, कटवा के पिसर चार एक आंसू न गिराया, रुतबा गुरु गोबिंद ने ऋषियों का बढ़ाया, डंडक में फिरे राम तो सीता थी बगल में, वह फखर ए जहाँ हिंद की माता थी बगल में। याकूब ਅਤੇ ਯੂਸੁਫ ਦੋ ਪਿਓ ਪੁੱਤਰ ਸਨ। ਪਿਓ ਪੁੱਤਰ ਇੱਕ ਦੂਜੇ ਨਾਲੋਂ ਵਿਛੜ ਗਏ। ਕੁਝ ਸਮੇਂ ਬਾਅਦ ਜਦੋਂ ਪੁੱਤਰ ਪਿਤਾ ਨੂੰ ਆ ਕੇ ਮਿਲਿਆ, ਤਦ ਤੱਕ ਪਿਤਾ ਰੋ ਰੋ ਕੇ ਅੰਨਾ ਹੋ ਚੁੱਕਾ ਸੀ। ਰਾਮਚੰਦਰ 14 ਸਾਲਾਂ ਲਈ ਬਨਵਾਸ ਨੂੰ ਜਾਣ ਲੱਗੇ। ਭਰਾ ਲਛਮਣ ਅਤੇ ਪਤਨੀ ਸੀਤਾ ਨਾਲ ਹੈ, ਕੋਈ ਫਿਕਰ ਵਾਲੀ ਗੱਲ ਨਹੀਂ। ਪਰ ਪਿਤਾ ਦਸ਼ਰਥ ਪੁੱਤਰ ਵਿਛੋੜੇ ਦਾ ਦੁੱਖ ਨਾ ਸਹਾਰਦਾ ਹੋਇਆ ਮਹਿਲ ਤੋਂ ਡਿੱਗ ਕੇ ਪ੍ਰਾਣ ਤਿਆਗ ਦਿੰਦਾ ਹੈ। ਮਹਾਭਾਰਤ ਦੇ ਯੁੱਧ ਵਿੱਚ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਭਿਮਨਿਊ ਦੀ ਮੌਤ ਹੋ ਜਾਂਦੀ ਹੈ। ਅਰਜਨ ਹਥਿਆਰ ਸੁੱਟ ਦਿੰਦਾ ਹੈ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿੰਦਾ ਹੈ ਕਿ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ, ਹੁਣ ਮੈਂ ਲੜ ਨਹੀਂ ਸਕਦਾ। ਹੌਸਲਾ ਹਾਰ ਜਾਂਦਾ ਹੈ। ਹਜ਼ਰਤ ਇਬਰਾਹੀਮ ਨੂੰ ਖੁਦਾ ਦਾ ਹੁਕਮ ਹੁੰਦਾ ਹੈ ਕਿ ਆਪਣੇ ਪੁੱਤਰ ਦੀ ਬਲੀ ਦੇ।
ਅੱਖਾਂ ਉੱਤੇ ਪੱਟੀ ਬੰਨ੍ਹ ਲੈਂਦਾ ਹੈ ਕਿ ਐ ਖੁਦਾ, ਨਹੀਂ, ਮੈਂ ਆਪਣੇ ਪੁੱਤਰ ਦੀ ਮੌਤ ਨਹੀਂ ਦੇਖ ਸਕਦਾ। ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੀ ਇੱਕ ਈਸਾਈ ਪਤਨੀ ਸੀ, ਮਰੀਅਮ। ਮਰੀਅਮ ਦੇ 6 ਮਹੀਨੇ ਦੇ ਪੁੱਤਰ ਦੀ ਮੌਤ ਹੋ ਜਾਂਦੀ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਦਾੜੀ ਹੰਝੂਆਂ ਨਾਲ ਭਰ ਜਾਂਦੀ ਹੈ। ਬਨਵਾਸ ਦੇ ਦੌਰਾਨ ਰਾਵਣ ਸੀਤਾ ਨੂੰ ਚੁੱਕ ਕੇ ਲੈ ਜਾਂਦਾ ਹੈ। ਸ਼੍ਰੀ ਰਾਮ ਚੰਦਰ ਜੀ ਸੀਤਾ ਦੇ ਵਿਯੋਗ ਵਿੱਚ ਜੰਗਲ ਦੇ ਪਸ਼ੂ ਪੰਛੀਆਂ ਕੋਲ ਰੋ ਪੈਂਦੇ ਹਨ। ਉਹਨਾਂ ਤੋਂ ਸੀਤਾ ਦਾ ਵਿਛੋੜਾ ਝੱਲ ਨਹੀਂ ਹੁੰਦਾ। ਈਸਾਈ ਧਰਮ ਦੇ ਮੋਢੀ ਯਸੂ ਈਸਾ ਮਸੀਹ ਸਲੀਬ 'ਤੇ ਚੜ੍ਹਾਇਆ ਜਾਣ ਲੱਗਾ ਤਾਂ ਉਹ ਭਾਵੁਕ ਹੋ ਕੇ ਖੁਦਾ ਨੂੰ ਕਹਿੰਦੇ ਹਨ ਕਿ ਹੇ ਪ੍ਰਭੂ, ਮੈਨੂੰ ਇਸ ਤੋਂ ਬਚਾ ਲਵੋ, ਮੇਰੇ ਤੋਂ ਇਹ ਪੀੜ ਝੱਲੀ ਨਹੀਂ ਜਾਣੀ। 5ਵਾਂ ਕਾਰਨ, ਚਮਕੌਰ ਦੀ ਜੰਗ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨਾਲ ਅੰਮ੍ਰਿਤ ਛਕਾਉਣ ਵੇਲੇ ਕੀਤੇ 2 ਵਾਅਦੇ ਪੂਰੇ ਕੀਤੇ। ਇੱਕ ਵਾਅਦਾ ਸੀ ਕਿ ਮੈਂ ਇਹੋ ਜਿਹਾ ਸਿੰਘ ਸਜਾਵਾਂਗਾ ਜੋ 1.25 ਲੱਖ 'ਤੇ ਭਾਰੀ ਪਵੇਗਾ। 1.25 ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਚਮਕੌਰ ਦੀ ਜੰਗ ਵਿੱਚ ਇੱਕ ਸਿੰਘ 1.25 ਲੱਖ ਵੈਰੀ ਨਾਲ ਲੜਿਆ ਅਤੇ ਵੈਰੀ ਦਲਾਂ ਨੂੰ ਕਰਾਰੇ ਹੱਥ ਦਿਖਾਏ। ਦੂਜਾ ਵਾਅਦਾ, ਜਦੋਂ ਭਾਈ ਦਇਆ ਸਿੰਘ ਨੇ ਕਿਹਾ ਸੀ ਕਿ ਪਾਤਸ਼ਾਹ, ਤੁਸੀਂ ਅੰਮ੍ਰਿਤ ਦੀ ਦਾਤ ਬਦਲੇ ਕੀ ਭੇਟਾ ਦੇਵੋਗੇ, ਤਾਂ ਗੁਰੂ ਜੀ ਨੇ ਕਿਹਾ ਸੀ ਕਿ ਮੈਂ ਆਪਣਾ ਸਾਰਾ ਸਰਬੰਸ ਸਿੱਖੀ ਤੋਂ ਵਾਰ ਦੇਵਾਂਗਾ। ਚਮਕੌਰ ਦੀ ਜੰਗ ਵਿੱਚ 2 ਵੱਡੇ ਪੁੱਤਰ ਸ਼ਹੀਦ ਕਰਵਾ ਕੇ ਗੁਰੂ ਪਾਤਸ਼ਾਹ ਨੇ ਉਸ ਕਰਜ਼ੇ ਦੀ ਇੱਕ ਕਿਸ਼ਤ ਉਤਾਰ ਦਿੱਤੀ। 6ਵਾਂ ਕਾਰਨ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਚਮਕੌਰ ਵਿੱਚ ਸ਼ਹੀਦ ਕਰਵਾ ਕੇ ਦੁਨੀਆ ਦੇ ਪੀਰ ਪੈਗੰਬਰ ਗੁਰੂ ਰਿਸ਼ੀਆਂ ਸੰਤਾਂ ਦਾ ਸਿਰ ਉੱਚਾ ਕਰ ਦਿੱਤਾ। 7ਵਾਂ ਕਾਰਨ, ਦੁਨੀਆ ਦੀਆਂ ਜ਼ਿਆਦਾਤਰ ਲੜਾਈਆਂ, ਜੰਗਾਂ ਜਾਂ ਯੁੱਧ ਜ਼ਰ, ਜ਼ੋਰੂ ਅਤੇ ਜ਼ਮੀਨ ਲਈ ਲੜੇ ਗਏ। ਦੁਨੀਆ ਦੇ ਜ਼ਿਆਦਾਤਰ ਯੁੱਧ ਧਨ, ਗਹਿਣੇ, ਹੀਰੇ ਜਵਾਹਰਾਤ, ਪਦਾਰਥਾਂ, ਜ਼ਮੀਨ, ਗੱਦੀ, ਔਰਤ, ਹੰਕਾਰ, ਦੂਜੇ ਨੂੰ ਦਬਾਉਣ ਲਈ ਲੜੇ ਗਏ। ਪਰ ਇਹ ਚਮਕੌਰ ਦਾ ਯੁੱਧ ਇਹਨਾਂ ਸਭ ਤੋਂ ਵਿਲੱਖਣ ਸੀ ਜੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਅਤੇ ਮਾਨਵਤਾ ਦੀ ਭਲਾਈ ਲਈ ਲੜਿਆ ਗਿਆ। ਇਸ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਨਿੱਜੀ ਟਕਰਾਅ, ਵੈਰ ਜਾਂ ਲਾਲਚ ਨਹੀਂ ਸੀ। 8ਵਾਂ ਕਾਰਨ, ਚਮਕੌਰ ਦੀ ਜੰਗ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਦੂਜਿਆਂ ਦਾ ਸਿਰ ਮੰਗਣ ਦਾ ਸ਼ੌਂਕ ਹੀ ਨਹੀਂ, ਬਲਕਿ ਸਮਾਂ ਆਉਣ 'ਤੇ ਆਪਣੇ ਪੁੱਤਰਾਂ ਦਾ ਸ਼ੀਸ਼ ਵੀ ਵਾਰ ਸਕਦੇ ਹਨ। 9ਵਾਂ ਕਾਰਨ, ਚਮਕੌਰ ਦੀ ਕੱਚੀ ਗੜ੍ਹੀ ਦੇ ਇਤਿਹਾਸ ਨੇ ਇਹ ਗੱਲ ਜੱਗ ਜ਼ਾਹਰ ਕਰ ਦਿੱਤੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਅਤੇ ਆਪਣੇ ਪੁੱਤਰਾਂ ਵਿੱਚ ਵਿਤਕਰਾ ਨਹੀਂ ਕੀਤਾ, ਸਿੱਖੀ ਵਿੱਚ ਵਖੇਵਾਂ ਨਹੀਂ ਪਾਇਆ, ਖਾਲਸੇ ਨੂੰ ਆਪਣੇ ਪੁੱਤਰਾਂ ਨਾਲੋਂ ਵੱਧ ਸਮਝਿਆ।